ਮਾਰਗ ਜੀ ਤਿਲੰਗ ਬਾਣੀ ਭਗਤਾ ਕੀ। ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ दिल का फिक्र ना जाए। तुक दम करारी जाओ करहु हाजिर हजूर खुदाए। बंदे खोज दिल हर रोज ना फिर परेशानी माहे। यह जो दुनिया से हर मेला दास्तगिरी नाहे रहा। वाहिगुरु जी का खालसा वाहिगुरु जी की फतेह। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ। ਤਿਲੰਗ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਪ੍ਰਾਰੰਭ ਹੋਈ ਹੈ, ਜਿਸ ਦੌਰਾਨ ਕੱਲ੍ਹ ਆਪ ਜੀ ਨੇ ਕਬੀਰ ਸਾਹਿਬ ਜੀ ਦੇ ਸ਼ਬਦ ਦੀ ਸ਼ੁਭ ਪ੍ਰਾਰੰਭਤਾ ਜੋ ਵੇਦ ਕਤੇਬ ਇਫਤਰਾ ਪਾਈ ਇਹਦੀ ਕੁਛ ਵਿਚਾਰ ਸਰਵਣ ਕੀਤੀ ਸੀ, ਜਿਸ ਵਿੱਚ ਪੰਡਤ ਅਤੇ ਕਾਜੀ ਜਿਨ੍ਹਾਂ ਨੇ ਸਵਾਲ ਕੀਤਾ ਕਹਿਣ ਲੱਗੇ ਜੀ ਝਗੜਦੇ ਹੋਏ ਕਬੀਰ ਜੀ ਦੇ ਕੋਲ ਆਏ। ਕਹਿੰਦੇ ਦੱਸੋ ਕਿ ਵੇਦਾਂ ਦਾ ਅਧਿਐਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਕਿ ਕਤੀਬਾਂ ਕਰਕੇ ਖੁਦਾ ਦੀ ਸਮਝ ਪੈਂਦੀ ਹੈ। ਪੰਡਤ ਕਹੇ ਜੀ ਮੈਂ ਆਂਦਾ ਹਾਂ ਵੇਦਾਂ ਨੂੰ ਪੜ੍ਹਨਾ ਚੰਗਾ ਹੈ। ਕਾਜੀ ਕਹਿੰਦਾ ਜੀ ਸਾਡੇ ਧਰਮ ਦੇ ਵਿੱਚ ਜੋ ਤੌਰੇਤ ਅੰਜੀਲ ਜੰਬੂਰ ਕੁਰਾਨ ਇਹ 4 ਕਿਤਾਬਾਂ ਨੇ, ਇਹਨਾਂ ਕਰਕੇ ਖੁਦਾ ਦੀ ਪ੍ਰਾਪਤੀ ਲਿਖੀ ਹੈ। ਤਾਂ ਉਹਨਾਂ ਦਾ ਝਗੜਾ ਮਿਟਣ ਵਾਸਤੇ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰ ਕੇ ਉਹਨਾਂ ਨੂੰ ਉਪਦੇਸ਼ ਬਖਸ਼ਿਆ। ਸੰਤਨ ਦੋ ਰਾਧੇ, ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ। ਕਹਿੰਦੇ ਵੇਦ ਕਤੇਬ ਇਫਤਰਾ ਭਾਈ, ਇਹ ਭਾਈ ਜੋ ਹਿੰਦੂਆਂ ਦੇ 4 ਵੇਦ ਅਤੇ ਮੁਸਲਮਾਨਾਂ ਦੀਆਂ 4 ਕਿਤਾਬਾਂ ਇਹ ਇਫਤਰਾ ਬਣਾਉਤ ਰੂਪ ਹਨ ਜਾਂ ਇਫਤਰਾ ਜੰਗਲ ਉਜਾੜ ਬੀਆਬਾਨ ਰੂਪ ਨੇ। ਜਿਵੇਂ ਕੋਈ ਅਣਜਾਣ ਪੁਰਖ ਜੰਗਲ ਵਿੱਚ ਆਪਣੀ ਮੰਜ਼ਿਲ ਵਾਲਾ ਰਸਤਾ ਭੁੱਲ ਜਾਂਦਾ, ਤਿਵੇਂ ਜੋ ਵੇਦਾਂ ਦੇ ਵਿੱਚ ਕਰਮ ਕਾਂਡ ਅਤੇ ਕਿਤਾਬਾਂ ਦੇ ਵਿੱਚ ਸ਼ਰਾਧਕ ਦੱਸੀ ਹੋਈ ਹੈ
ਅਗਿਆਨੀ ਜੀਵ ਇਹਨਾਂ ਕਰਮ ਕਾਂਡਾਂ ਤੇ ਸ਼ਰ੍ਹਾ ਵਿੱਚ ਹੀ ਭੁੱਲੇ ਫਿਰਦੇ ਹਨ। ਜਾਏ ਸਭ ਕੁਝ ਇਫਤਰਾ ਦਿਖਾਵੇ ਮਾਤਰ, ਦਿਲ ਕਾ ਫਿਕਰ ਨਾ ਜਾਏ। ਇਹਨਾਂ ਨੂੰ ਪੜ੍ਹਨ ਦੇ ਨਾਲ ਮਨ ਦਾ ਫਿਕਰ, ਮਨ ਦਾ ਸੰਸਾ ਨਹੀਂ ਜਾਂਦਾ। ਜਾਂ ਵੇਦ ਅਤੇ ਕਦੇਬ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਸ਼ੀਸ਼ਾ ਮੂੰਹ 'ਤੇ ਲੱਗੀ ਕਾਲਖ ਤਾਂ ਦਿਖਾ ਦਿੰਦਾ, ਪਰ ਉਹ ਸਾਫ਼ ਨਹੀਂ ਕਰ ਸਕਦਾ। ਸਾਫ਼ ਬੰਦੇ ਨੂੰ ਆਪ ਦੇ ਯਤਨ ਨਾਲ ਹੀ ਕਰਨਾ ਪਊਗਾ। ਪਾਣੀ ਲੈ ਕੇ ਤੇ ਸਾਬਣ ਨਾਲ ਮੂੰਹ ਧੋਣਾ ਪਏਗਾ। ਸ਼ੀਸ਼ੇ ਨੇ ਦਿਖਾ ਦਿੱਤਾ, ਪਰ ਸਾਫ਼ ਯਤਨ ਨਾਲ ਹੋਇਆ। ਇੰਜ ਇਹ ਵੇਦ ਦੇ ਕਤੇਬ ਬੰਦੇ ਨੂੰ ਦੱਸ ਦਿੰਦੇ ਨੇ ਵੀ ਆਹ ਕੰਮ ਚੰਗਾ ਮਾੜਾ। ਹੁਣ ਕਰਨਾ ਤਾਂ ਬੰਦੇ ਨੇ, ਮਾੜੇ ਕੰਮ ਕਰੂਗਾ ਨਰਕਾਂ 'ਚ ਪਊਗਾ, ਚੰਗੇ ਕਰੇਗਾ ਸਵਰਗਾਂ ਨੂੰ ਜਾਏਗਾ। ਤੇ ਪਰ ਇਹ ਜਿਹੜੇ ਵੇਦ ਤੇ ਕਤੇਬ ਨੇ, ਇਹਨਾਂ ਦੇ ਪੜ੍ਹਨ ਦੇ ਨਾਲ ਦਿਲ ਕਾ ਫਿਕਰ ਨਾ ਜਾਏ, ਸੰਸਾ ਨਹੀਂ ਜਾਂਦਾ। ਦਿਲ ਦਾ ਫਿਕਰ, ਚਿੰਤਾ ਨਹੀਂ ਜਾਂਦੀ। ਫਿਰ ਹੁਣ ਕੀ ਕਰੀਏ? ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ। ਜੇਕਰ ਥੋੜ੍ਹੇ ਜਿਹੇ ਸਵਾਸ ਵੀ ਮਨ ਦੀ ਬਿਰਤੀ ਨੂੰ ਰੋਕਣਾ ਕਰੋਗੇ ਤਾਂ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਪਰਮੇਸ਼ਰ ਸਾਹਮਣੇ ਨੇੜੇ ਤੋਂ ਵੀ ਨੇੜੇ ਮੌਜੂਦ ਹੈ। ਉਹ ਤੁਹਾਨੂੰ ਨੇੜੇ ਤੋਂ ਨੇੜੇ ਸਾਹਮਣੇ ਹੋ ਕੇ ਪ੍ਰਗਟ ਹੋ ਜਾਵੇਗਾ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼। ਇਹ ਪੁਰਸ਼ਾ ਤੂੰ ਨਿਤਾ ਪ੍ਰਤੀ ਆਪਣੇ ਮਨ ਦੇ ਵਿੱਚ ਹੀ ਪਰਮੇਸ਼ਰ ਦੀ ਭਾਲ ਕਰ, ਤਾਂ ਨਾ ਫਿਰ ਪਰੇਸ਼ਾਨੀ ਮਾਹੇ ਤੈਨੂੰ ਮੁੜ ਕੇ ਪਰੇਸ਼ਾਨਗੀ, ਹੈਰਾਨਗੀ, ਘਬਰਾਹਟ ਦੇ ਵਿੱਚ ਨਹੀਂ ਪੈਣਾ ਪਵੇਗਾ। ਉਂਝ ਇਹ ਜੋ ਦੁਨੀਆ ਸੇਹਰ ਮੇਲਾ ਹੈ, ਜਿਹੜੀ ਦੁਨੀਆ ਸ੍ਰਿਸ਼ਟੀ ਹੈ, ਇਹ ਜਾਦੂਗਰ ਦੇ ਇਕੱਠ ਦੀ ਤਰ੍ਹਾਂ ਹੈ। ਭਾਵ ਜਿਵੇਂ ਜਾਦੂਗਰ ਤਮਾਸ਼ੇ ਵਿੱਚ ਅਨੇਕ ਤਰ੍ਹਾਂ ਦੇ ਪਦਾਰਥ, ਜਾਨਵਰ ਆਦਿਕ ਬਣਾ ਕੇ ਦਿਖਾ ਦਿੰਦਾ ਹੈ, ਪਰ ਜਾਣ ਲੱਗਿਆਂ ਦਸਤਗੀਰੀ ਨਾ ਹੈ। ਹੱਥਾਂ ਦੇ ਵਿੱਚ ਪਕੜ ਕੇ ਇਹਨਾਂ ਪਦਾਰਥਾਂ 'ਚੋਂ ਕੋਈ ਵੀ ਨਹੀਂ ਨਾਲ ਲੈ ਕੇ ਜਾਂਦਾ। ਉਹ ਜਿਸ ਤਰ੍ਹਾਂ ਦੀ ਟਿੰਡ ਫੌੜੀ ਲੈ ਕੇ ਆਇਆ ਸੀ, ਉਸ ਤਰ੍ਹਾਂ ਦੀ ਡੰਡੇ 'ਤੇ ਪਾ ਕੇ ਗਾਂਹ ਜਾਂਦਾ। ਜਿੰਨੇ ਮਰਜ਼ੀ ਰੁਪਈਏ ਕੱਢ ਕੇ ਦਿਖਾਏ, ਬੰਦਿਆਂ ਦੇ ਵਿੱਚੋਂ ਨੋਟ ਕੱਢ ਕੇ ਦਿਖਾਏ, ਕਾਗਜ਼ਾਂ ਤੋਂ ਕਬੂਤਰ ਬਣਾ ਕੇ ਦਿਖਾਏ, ਪਰ ਜਾਂਦੀ ਬਾਕੀ ਥੇਲੀ ਪੌਲੀ ਇਕੱਠੀ ਕਰਦਾ। ਇਉਂ ਪਰਮੇਸ਼ਰ ਰੂਪ ਜਾਦੂਗਰ ਨੇ ਇਹ ਸੰਸਾਰ ਰੂਪ ਤਮਾਸ਼ੇ ਵਿੱਚ ਬਹੁਤ ਕੁਝ ਦਿਖਾ ਦਿੱਤਾ ਹੈ, ਪਰ ਲੋਕ ਨੂੰ ਲਿਜਾਣ ਵਾਸਤੇ ਹੱਥ ਦੇ ਵਿੱਚ ਪਕੜਨ ਨੂੰ ਕੋਈ ਚੀਜ਼ ਨਹੀਂ ਹੁੰਦੀ। ਇਹ ਜਿੰਨਾ ਵੀ ਰੌਣਕ ਮੇਲਾ ਹੈ, ਜਿੰਨੇ ਵੀ ਪੈਸੇ ਪੂਸੇ ਆਪਾਂ ਇਕੱਠੇ ਕਰਦੇ ਹਾਂ, ਇਹ ਸਭ ਬੰਦਾ ਵੇਖ ਕੇ ਹੀ ਖੁਸ਼ ਹੋ ਹੀ ਜਾਂਦਾ। ਕਈ ਮੇਰੇ ਵਰਗੇ ਕੰਜੂਸ ਬੈਂਕਾਂ ਭਰੀ ਜਾਂਦੇ ਨੇ, ਕੋਈ ਪੈਲੀ ਲਈ ਜਾਂਦਾ ਹੈ, ਕੋਈ ਗੱਡੀਆਂ ਮੋਟਰਾਂ ਲਈ ਜਾਂਦਾ, ਕੰਮ ਕਿਸੇ ਦੇ ਵੀ ਨਹੀਂ ਆਉਂਦੇ। ਜਾਂਦੀ ਬਾਕੀ ਚੱਲੇ ਜਵਾਰੀ ਦੋਏ ਹੱਥ ਚਾਰ, ਦੋਨੇ ਹੱਥ ਝਾੜ ਕੇ ਜਵਾਰੀ ਦੀ ਤਰ੍ਹਾਂ ਖਾਲੀ ਹੱਥ ਪਰ ਲੋਕ ਨੂੰ ਜਾਣਾ ਪਵੇਗਾ, ਪੱਲੇ ਕੁਛ ਵੀ ਨਹੀਂ ਪਏਗਾ। ਕਿਉਂਕਿ ਪਾਤਸ਼ਾਹ ਦਾ ਬਚਨ ਹੈ, ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ, ਰਾਵਣ ਹੋਂ ਤੇ ਅਧਿਕ ਛਤਰਪਦ ਖਿਨ ਮੈਂ ਗਏ ਬਲਾਤ।
ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ। ਭਾਵੇਂ ਲੰਕਾ ਸੋਨੇ ਦੀ ਬਣਾ ਲਏ, ਮਹਿਲ ਮਾੜੀਆਂ ਦੇ ਵਿੱਚ ਸੋਨੇ ਦੀ ਚਿੱਤਰਕਾਰੀ ਕਰ ਲਵੇ, ਪਰ ਇਹ ਸੰਪੈ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਵਿੱਚੋਂ ਕੁਛ ਵੀ ਬੰਦੇ ਦਾ ਆਪਣਾ ਨਹੀਂ ਹੈ। ਜਿੰਨੇ ਮਰਜ਼ੀ ਬੈਡਰੂਮ ਬਣਾ ਲਏ, ਪਰ 3.5 ਹਾਥ ਤੇਰੀ ਸੀਮਾ ਜਿਹੜੀ ਜਗ੍ਹਾ ਹੈ ਉਹ 3.5 ਹਾਥ ਹੀ ਕੰਮ ਆਉਣੀ ਹੈ। ਕੋਈ ਡਬਲ ਬੈੱਡ, ਕੋਈ ਗੱਦਾ, ਕੋਈ ਬੈਡਰੂਮ ਕੰਮ ਨਹੀਂ ਆਉਣਾ। ਅਗਲਾ ਚੁੱਕ ਕੇ ਬਾਹਰ ਮਾਰਨਾ, ਵਿਹੜੇ ਦੇ ਵਿੱਚ ਹੀ ਰੋ ਧੋ ਕੇ ਘੜੀ ਘੰਟਾ ਪਿੱਟ ਸਿਆਪਾ ਕਰਕੇ ਮੋਢੇ ਤੇ ਚੁੱਕ ਕੇ ਤੇ ਗਾਂਹ ਜਾਣਾ, ਪੱਲੇ ਕੱਛ ਵੀ ਨਹੀਂ ਪੈਣਾ। ਇਹ ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਹੈ। ਵੇਖਣ ਨੂੰ ਬਹੁਤ ਕੁਝ ਹੈ ਪਰ ਹੈ ਕੁਛ ਨਹੀਂ। ਇਹ ਕਬੀਰ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਤੱਕ ਆਪਾਂ ਨੂੰ ਸ਼ੁਭ ਉਪਦੇਸ਼ ਬਖਸ਼ਿਆ ਸੀ। ਆਓ ਬਾਕੀ ਰਹਿੰਦਾ ਸ਼ਬਦ ਸਰਵਣ ਕਰੋ, ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰੋਗ ਪੜ ਪੜ ਖੁਸ਼ੀ ਹੋਏ। ਸਭ ਲੋਕ ਕਿਤਾਬਾਂ ਦੇ ਵਿੱਚੋਂ ਝੂਠੀਆਂ ਗੱਲਾਂ ਪੜ੍ਹ ਪੜ੍ਹ ਕੇ ਖੁਸ਼ ਹੁੰਦੇ ਹਨ ਕਿ ਮਰਨ ਤੋਂ ਬਾਅਦ ਬਹਿਸ਼ਤਾਂ ਦੇ ਵਿੱਚ ਹੂਰਾਂ ਮਿਲਣਗੀਆਂ, ਕਾਬਲ ਦੇ ਮੇਵੇ ਅਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ। ਖਬਰ ਬਾਦ ਬਕਾਹੇ। ਪਰ ਉਹ ਖਬਰ ਤੋਂ ਬਿਨਾਂ ਹਨ, ਪੱਕਾ ਪਤਾ ਨਹੀਂ ਹੈ। ਵਿਅਰਥੀ ਝਗੜਿਆਂ ਨੂੰ ਬੋਲਦੇ ਨੇ, ਭਾਵ ਬਿਨਾਂ ਪਤੇ ਤੋਂ ਹੀ ਝਗੜਾ ਕਰਦੇ ਹਨ। ਪਤਾ ਪਤਾ ਕਿਸੇ ਨੂੰ ਹੈ ਨਹੀਂ ਹੈ ਤੇ ਫਜ਼ੂਲ ਦਾ ਝਗੜਾ ਕਰਦੇ ਨੇ। ਉਹ ਕਹਿੰਦਾ ਸਾਡਾ ਬਾਬਾ ਬੜਾ ਪੂਰਾ, ਦੂਜਾ ਕਹਿੰਦਾ ਸਾਡਾ ਬਾਬਾ ਬੜਾ ਪੂਰਾ ਹੈ। ਜਿਵੇਂ ਐਬਟਾਬਾਦ ਦੇ ਵਿੱਚ ਬਾਬੂ ਸਾਮਣ ਸਿੰਘ ਆਪਣੇ ਸੇਵਕਾਂ ਨੂੰ ਇਤਿਆਦਿਕ ਉਪਦੇਸ਼ ਦੇ ਰਹੇ ਸਨ ਕਿ ਉੱਥੇ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਹੈ। ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਬਾਬੂ ਸਾਮਣ ਸਿੰਘ ਦੀ ਹੱਥ ਵਾਲੀ ਘੜੀ ਚੁੱਕ ਕੇ ਉਹਨਾਂ ਦੇ ਆਸਣ ਹੇਠ ਰੱਖ ਦਿੱਤੀ। ਉਹ ਜਦ ਉਹਨਾਂ ਨੇ ਆਪ ਦੀ ਘੜੀ ਟਾਈਮ ਵੇਖਣ ਲਈ ਲੱਭਣਾ ਕੀਤੀ ਤਾਂ ਉਹਨਾਂ ਨੂੰ ਨਾ ਦਿਸੇ। ਆਪ ਦੇ ਸੇਵਕਾਂ ਨੂੰ ਪੁੱਛਿਆ ਤਾਂ ਭਾਈ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਕਿ ਤੁਹਾਨੂੰ ਤਾਂ ਕਰੋੜਾਂ ਸੂਰਜ ਦਿਸਦੇ ਨੇ, ਘੜੀ ਕਿਉਂ ਨਹੀਂ ਦਿਖਦੀ? ਇਉਂ ਕਹਿ ਕੇ ਆਸਣ ਹੇਠੋਂ ਚੁੱਕ ਕੇ ਘੜੀ ਫੜਾਤੀ। ਤਾਂ ਬਾਬੂ ਸਾਮਣ ਸਿੰਘ ਬੜਾ ਸ਼ਰਮਿੰਦਾ ਹੋਇਆ, ਕਿਉਂਕਿ ਭਾਈ ਰਣਧੀਰ ਸਿੰਘ ਜੀ ਤੇ ਬਾਬੂ ਸਾਮਣ ਸਿੰਘ ਜੀ ਹਮ ਜਮਾਤੀ ਸਨ। ਬਾਬੂ ਸਾਮਣ ਸਿੰਘ ਜੀ ਰਾਧਾ ਸਵਾਮੀ ਦੇ ਗੁਰੂ ਨੇ ਤੇ ਬਾਬਾ ਭਾਈ ਰਣਧੀਰ ਸਿੰਘ ਸਾਹਿਬ ਜੀ ਉਹਨਾਂ ਦੇ ਨਾਮ ਦੇ ਅਖੰਡ ਕੀਰਤਨੀ ਸੰਪਰਦਾ ਚੱਲਦੀ ਹੈ, ਜੋ ਕਿ ਬੜਾ ਮਨੋਹਰ ਗੁਰਬਾਣੀ ਦਾ ਕੀਰਤਨ ਕਰਦੇ ਨੇ। ਸਾਰੇ ਗ੍ਰਸਤੀ ਸਿੰਘਾਂ ਦੀ ਸੁਸਾਇਟੀ ਹੈ। ਸੋਮਵਾਰ ਤੋਂ ਲੈ ਕੇ ਉਹਨਾਂ ਸ਼ੁੱਕਰ ਸ਼ਨੀਵਾਰ ਤੱਕ ਪੂਰਾ ਤਨਦੇਹੀ ਨਾਲ ਕੰਮ ਕਰਨਾ ਹੈ। ਸ਼ਨੀਵਾਰ ਦੀ ਰਾਤ ਨੂੰ ਰੈਣ ਸਬਾਈ ਕਰਕੇ ਅੰਮ੍ਰਿਤ ਵੇਲੇ ਐਤਵਾਰ ਸਵਖਤੇ ਭੋਗ ਪਾ ਕੇ ਮੁੜ ਕੇ ਫਿਰ ਆਪਣਾ ਆਰਾਮ ਕਰੋ ਜਾਂ ਕੋਈ ਘਰ ਦੇ ਕੰਮਾਂ ਦੇ ਵਿੱਚ। ਇਉਂ ਸਾਰੇ ਗ੍ਰਸਤੀ ਸਿੰਘ ਸਤ ਸੰਗਤ ਦਾ ਲਾਭ ਖੱਟਦੇ ਨੇ। ਭਾਈ ਰਣਧੀਰ ਸਿੰਘ ਜੀ ਬੜੇ ਨਾਮ ਅਭਿਆਸੀ ਚੜ੍ਹਦੀ ਕਲਾ ਵਾਲੇ ਗੁਰਮੁਖ ਹੋਏ। ਸੋ ਇੰਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸਿੱਖਿਆ ਦਿੱਤੀ ਹੈ। ਇੱਕ ਪਖੰਡੀ ਸੰਤ
ਜੋ ਲਾਹੌਰ ਦੇ ਵਿੱਚ ਇੰਝ ਹੀ ਝੂਠ ਬੋਲਦਾ ਸੀ ਕਿ ਮੈਨੂੰ ਬੜਾ ਪ੍ਰਕਾਸ਼ ਦਿਖਦਾ ਹੈ, ਤਾਂ ਮਹਾਰਾਜ ਸਾਹਿਬ ਨੇ ਭਾਈ ਮਰਦਾਨੇ ਜੀ ਨੂੰ ਕਹਿ ਕੇ ਉਹਦੀ ਪੈਸੇ ਵਾਲੀ ਸੰਦੂਕੜੀ ਉਹਦੀ ਪਿੱਠ ਪਿੱਛੇ ਰਖਾਤੀ। ਮੁੜ ਕੇ ਉਹ ਲੱਭੇ, ਜਦ ਅੱਖਾਂ ਖੋਲੀਆਂ ਤੇ ਮਹਾਰਾਜ ਕਹਿੰਦੇ ਮਗਰ ਪਾਛੈ ਕਾਸ਼ ਨਾ ਸੂਝੈ। ਇਹ ਬ੍ਰਾਹਮਣ ਜੀ, ਇਹ ਮਹਾਤਮਾ ਜੀ, ਤੁਹਾਨੂੰ ਆਪਦੇ ਪਿੱਠ ਪਿੱਛੇ ਪਈ ਸੰਦੂਕੜੀ ਤਾਂ ਦਿਖਦੀ ਨਹੀਂ ਹੈ, ਗੱਲਾਂ ਮਾਰਦੇ ਹੋ ਪਰਲੋਕ ਦੀਆਂ, ਸਵਰਗਾਂ ਦੀਆਂ, ਕਿ ਉੱਥੇ ਆ ਹੈ ਉੱਥੇ ਉਹ ਹੈ, ਇਹੋ ਪਦ ਮਾਲੋ। ਇਹ ਬੜੀ ਆਸ਼ਚਰਜ ਬਾਤ ਹੈ ਕਿ ਪਿੱਠ ਪਿੱਛੇ ਪਈ ਚੀਜ਼ ਦਾ ਤੁਹਾਨੂੰ ਪਤਾ ਨਹੀਂ, ਤੇ ਉਹ ਕਹਿਣਾ ਮੈਨੂੰ ਬੜਾ ਪ੍ਰਕਾਸ਼ ਹੈ। ਇਉਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਦਰੋਗ ਪੜ ਪੜ ਖੁਸ਼ੀ ਹੋਏ। ਇਹ ਕਾਜੀ, ਤੁਸੀਂ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਲਈ ਝੂਠੀਆਂ ਗੱਲਾਂ ਪੜ ਪੜ ਕੇ ਪ੍ਰਸੰਨਤਾ ਦੇ ਸਹਿਤ ਹੁੰਦੇ ਹੋ, ਲੋਕਾਂ ਨੂੰ ਸੁਣਾਉਂਦੇ ਹੋ। ਬੇਖਬਰ ਬਾਤ ਬਕਾਏ ਤੇ ਪਰਮੇਸ਼ਰ ਦੀ ਦਰਗਾਹ ਸਰੂਪ ਦੇ ਵੱਲੋਂ ਬੇਖਬਰ ਬੇਸਮਝ ਹੋਣ ਕਰਕੇ ਵਿਅਰਥੀ ਬਕਵਾਸ ਮਾਰਦੇ ਹੋ, ਵਿਅਰਥ ਬੋਲ ਬਾਣੀ ਬੋਲਦੇ ਹੋ, ਪਰ ਲੋਕ ਵੱਲੋਂ ਬੇਖਬਰ ਹੋ ਕੇ ਝਗੜਾ ਉੱਥੋਂ ਦਾ ਪਾ ਕੇ ਬੈਠੇ ਹੋਏ ਹੋ। ਪਤਾ ਧੇਲੇ ਦਾ ਨਹੀਂ ਤੇ ਝਗੜਦੇ ਹੋ ਧਰਮ ਦੇ ਨਾਮ ਤੇ। ਅੱਜ ਕੱਲ੍ਹ ਇਹੀ ਕੁਛ ਹੋ ਰਿਹਾ। ਮੇਰੇ ਵਰਗਾ ਬੁੱਧੂ ਬੰਦਾ ਵੀ ਉਹ 10 ਰੁਪਈਏ ਨੈੱਟ ਦੇ ਪਵਾ ਕੇ ਫੇਸਬੁੱਕ ਖੋਲ੍ਹ ਕੇ ਸ਼ੇਰ ਬਣ ਜਾਂਦਾ, ਪਤਾ ਧੇਲੇ ਦਾ ਵੀ ਨਹੀਂ, ਤੇ ਨਿੰਦਿਆ ਕਰਨ ਲੱਗ ਪੈਣਾ ਵੀ ਫਲਾਣੇ ਨੇ ਆਹ ਬੋਲਿਆ, ਫਲਾਣੇ ਨੇ ਉਹ ਬੋਲਿਆ। ਦਸਮ ਗ੍ਰੰਥ ਦੇ ਭਾਵੇਂ ਦਰਸ਼ਨ ਨਾ ਕੀਤੇ ਹੋਣ, ਬਚਿੱਤਰ ਨਾਟਕ ਪੜ੍ਹਿਆ ਨਾ ਹੋਵੇ, ਜੋ ਕਲਗੀਧਰ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ, ਉਹਦੇ ਭਾਵੇਂ ਦਰਸ਼ਨ ਨਾ ਕੀਤੇ ਹੋਣ, ਤੇ ਫੇਸਬੁੱਕ 'ਤੇ ਲਾਈਵ ਹੋ ਕੇ ਐਵੇਂ ਗਾਲੀ ਗਲੋਚ ਕਰੀ ਜਾਣਾ, ਐਵੇਂ ਨਿੰਦਿਆ ਚੁਗਲੀ ਕਰੀ ਜਾਣੀ। ਪਤਾ ਕੁਛ ਹੈ ਨਹੀਂ ਵੀ ਮਹਾਰਾਜ ਨੇ ਕੀ ਲਿਖਿਆ ਹੈ, ਉਹਨੇ ਐਂ ਕਿਉਂ ਬੋਲਿਆ ਜੀ, ਉਹਨੇ ਉਹ ਕਿਉਂ ਬੋਲਿਆ ਜੀ। ਫਜ਼ੂਲ ਦੀਆਂ ਬਾਤਾਂ, ਬਿਲਕੁਲ ਵਿਅਰਥ। ਫੇਸਬੁੱਕ ਦੇ ਗਿਆਨੀ, ਯੂਟਿਊਬ ਦੇ ਗਿਆਨੀ, ਅੱਜ ਕੱਲ੍ਹ ਇਹੀ ਕੰਮ ਚੱਲ ਰਿਹਾ। ਜਿੰਨਾ ਟਾਈਮ ਸਾਡੀ ਬਦਕਿਸਮਤੀ ਹੈ, ਅਸੀਂ ਯੂਟਿਊਬ ਜਾਂ ਫੇਸਬੁੱਕ 'ਤੇ ਬਰਬਾਦ ਕਰਦੇ ਹਾਂ, ਜਾਂ ਝਗੜਿਆਂ ਦੇ ਵਿੱਚ ਆਪਦਾ ਮਗਜ ਮਾਰਦੇ, ਦਿਮਾਗ ਖਰਾਬ ਕਰਦੇ ਹਾਂ। ਪਹਿਲਾਂ ਬੰਦਾ ਗੱਲ ਬੋਲ ਬੈਠਦਾ ਤੇ ਫਿਰ ਕੋਰਟ ਕਚਹਿਰੀਆਂ ਦੇ ਚੱਕਰ ਵੀ ਘੁੰਮਣੇ ਪੈਂਦੇ, ਪੈਸੇ ਦੀ ਬਰਬਾਦੀ, ਸਮੇਂ ਦੀ ਬਰਬਾਦੀ। ਕਿੰਨਾ ਚੰਗਾ ਹੋਵੇ ਜੇ 4-5 ਘੰਟੇ ਮੋਬਾਈਲ 'ਤੇ ਬਰਬਾਦ ਕਰਨ ਦੀ ਬਜਾਏ ਘੱਟੋ ਘੱਟ ਬੰਦਾ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਕਰ ਲਏ, ਹੋਰ ਕੁਛ ਨਹੀਂ ਹੁੰਦਾ, ਸਿਰਫ ਅੱਧਾ ਘੰਟਾ। ਜੇ 4 ਜਾਂ 5 ਜਾਂ 10 ਅੰਗੀ ਪੜ੍ਹ ਲਏ ਤਾਂ ਵੀ ਸਾਲ 6 ਮਹੀਨਿਆਂ ਬਾਅਦ ਭੋਗ ਪੈ ਜਾਂਦਾ ਹੈ, ਕੁਛ ਵੀ ਨਹੀਂ ਹੁੰਦਾ। ਘੜੀ ਬੰਦਾ ਆਰਾਮ ਹੀ ਕਰ ਲਏ, ਦਿਮਾਗ ਰਿਲੈਕਸ ਹੋ ਕੇ, ਤੇ ਕੋਈ ਸੁਖਮਨੀ ਸਾਹਿਬ ਦਾ ਨਿਤਨੇਮ ਕਰਨ ਨੂੰ ਜੀ ਕਰਦਾ। ਜਿਹਨੇ 5 ਘੰਟੇ ਮੋਬਾਈਲ 'ਤੇ ਮਗਜ ਮਾਰਿਆ, ਅੱਖਾਂ ਰਹਿ ਜਾਂਦੀਆਂ, ਉਹ ਸੁਖਮਨੀ ਸਾਹਿਬ ਦਾ ਪਾਠ ਕੀ ਕਰੂਗਾ? ਬਿਲਕੁਲ ਨਹੀਂ, ਉਹ ਕੰਮ ਤਮਾਮ ਹੋ ਜਾਂਦਾ। ਝਗੜੇ ਕਰਨ ਵਾਲੇ ਦਾ ਦਿਮਾਗ ਤਾਂ ਪਹਿਲਾਂ ਹੀ ਖਰਾਬ ਹੋਇਆ ਪਿਆ, ਉਹਦੀ ਸ਼ਾਂਤੀ ਤਾਂ ਪਹਿਲਾਂ ਹੀ ਭੰਗ ਹੋਈ ਪਈ ਹੈ। ਦੱਸੋ ਪਾਠ ਕੀ ਕਰੂਗਾ, ਨਾਮ ਕੀ ਜਪੂਗਾ? ਇਉਂ ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ, ਸਭ ਝਗੜਿਆਂ ਦੇ ਵਿੱਚ ਪਏ ਹੋਏ ਹਨ। ਤੁਰ ਕੀ ਬਾਣੀ ਤਾਂ ਸੱਚੀ ਹੈ, ਇਹਨੂੰ ਪੜ੍ਹਦਾ ਕੌਣ ਹੈ? ਕੋਈ ਨਹੀਂ ਪੜ੍ਹਦਾ, ਸਭ ਝੂਠ ਵੱਢਣ 'ਚ ਲੱਗੇ ਹੋਏ ਨੇ। ਇੱਧਰੋਂ ਸੁਣ ਲਿਆ ਉੱਧਰ ਕਰ ਲਿਆ, ਉੱਧਰੋਂ ਸੁਣ ਲਿਆ ਇੱਧਰ ਕਰ ਲਿਆ, ਇੱਕ ਦੂਜੇ ਦੀ ਨਿੰਦਿਆ ਚੁਗਲੀ, ਬਸ ਇਹੀ ਕੰਮ ਰਹਿ ਗਿਆ।
ਤੋ ਇਸ ਵਾਸਤੇ ਕਬੀਰ ਜੀ ਕਹਿੰਦੇ ਕਾਜੀ ਸਾਹਿਬ ਤੂੰ ਝੂਠ ਬੋਲਦਾ ਹੈ ਲੋਕਾਂ ਨੂੰ ਠੱਗਣ ਵਾਸਤੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ, ਧਨਾਸਰੀ ਮਹੱਲਾ ਪਹਿਲਾ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ। ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅਖੀਤਾ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਦੁਨੀਆ ਨੂੰ ਠੱਗਣ ਵਾਸਤੇ ਲੱਕ ਬੰਨਿਆ ਹੋਇਆ ਹੈ, ਸਭ ਝੂਠ ਚੱਲ ਰਿਹਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਦਰੋਗ ਪਾੜ ਪਾੜ ਖੁਸ਼ੀ ਹੋਏ। ਇਹ ਕਾਜੀ ਤੂੰ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਲਈ ਝੂਠੀਆਂ ਗੱਲਾਂ ਪੜ੍ਹ ਪੜ੍ਹ ਕੇ ਪ੍ਰਸੰਨਤਾ ਦੇ ਸਹਿਤ ਹੁੰਦਾ ਹੈ। ਖਬਰ ਬਾਦ ਬਕਾਹੀ, ਹਰ ਪਰਮੇਸ਼ਰ ਦੀ ਦਰਗਾਹ ਸਰੂਪ ਦੇ ਵੱਲੋਂ ਬੇਸਮਝ ਹੋਣ ਕਰਕੇ ਵਿਅਰਥੀ ਬਕਵਾਸ ਮਾਰਦਾ ਹੈ, ਜਾਂ ਪਰਲੋਕ ਵੱਲੋਂ ਬੇਖਬਰ ਹੋ ਕੇ ਉਥੋਂ ਦਾ ਝਗੜਾ ਕਰਦਾ ਹੈ। ਸੱਚ ਖਾਲਕ ਖਾਲਕ ਮਿਆਨੇ, ਸਿਆਮ ਮੂਰਤ ਨਾਹੀ। ਹਾਂਜੀ, ਹਕ ਸੱਚ ਖਾਲਕ ਖਾਲਕ ਮਿਆਨੇ। ਹੱਕ ਸੱਚਾ ਖਾਲਕ ਅਕਾਲ ਪੁਰਖ ਸੱਚ ਨਿਸ਼ਚੈ ਕਰਕੇ ਖਲਕ ਦੁਨੀਆ ਦੇ ਵਿੱਚ ਪਰਿਪੂਰਨ ਹੈ, ਭਾਵੇਂ ਸੰਸਾਰ ਦੇ ਵਿੱਚ ਹੀ ਵਸਦਾ ਹੈ। ਮਹੱਲਾ ਪੰਜਵਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਉਹ ਕ੍ਰਿਸ਼ਨ ਜੀ ਵਾਂਗ ਸਿਆਮ ਮੂਰਤ ਨਹੀਂ ਹੈ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਅਚਰਜ ਰੂਪੰ ਰਹੰਤ ਜਨਮੰ। ਜਿਵੇਂ ਬਦਾਮਾਂ ਦੇ ਉੱਪਰਲੀ ਛਿੱਲ ਦੇ ਵਿੱਚ ਬਦਾਮ ਰੋਗ ਨਹੀਂ ਹੁੰਦਾ, ਲਾਲ ਛਿੱਲ ਵਾਲੀ ਗਰੀ ਦੇ ਵਿੱਚ ਵੀ ਨਹੀਂ ਹੁੰਦਾ, ਅਤੇ ਚਿੱਟੀ ਗਰੀ ਵਿੱਚ ਵੀ ਬਦਾਮ ਰੋਗ ਨਹੀਂ ਦਿਖਦਾ। ਪਰ ਜਦ ਰਗੜੀਏ ਤਾਂ ਉਸ ਵਕਤ ਬਦਾਮ ਰੋਗਨ ਪ੍ਰਾਪਤ ਹੁੰਦਾ ਹੈ। ਇੰਜ ਸਥੂਲ ਦੇ ਮੋਟੀ ਛਿੱਲ ਦੀ ਤਰ੍ਹਾਂ ਹੈ, ਸੂਖਮ ਦੇ ਲਾਲ ਛਿੱਲ ਵਾਲੀ ਗਿਰੀ ਦੀ ਤਰ੍ਹਾਂ ਹੈ, ਅਤੇ ਕਾਰਨ ਦੇ ਚਿੱਟੀ ਗਿਰੀ ਦੀ ਤਰ੍ਹਾਂ ਹੈ। ਇਹਨਾਂ ਤਿੰਨਾਂ ਦੇਹਾਂ ਦੇ ਅਭਿਮਾਨ ਨੂੰ ਤਿਆਗ ਕੇ ਨਿਸ਼ਚੇ ਰੂਪ ਸੁਨਹਿਰੇ ਵਿੱਚ ਪਾ ਕੇ ਅਭਿਆਸ ਕਰਨ ਨੂੰ ਪ੍ਰਗਟ ਨਾ ਕਰੇ, ਫਿਰ ਪਰਮੇਸ਼ਰ ਰੂਪ ਬਦਾਮ ਰੋਗਨ ਪ੍ਰਾਪਤ ਹੁੰਦਾ ਹੈ। ਸਿਆਮ ਮੂਰਤ ਨਾਹੀ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਿਆਮ ਮੂਰਤ ਨਾ ਹੈ। ਕਹਿੰਦੇ ਕ੍ਰਿਸ਼ਨ ਵਰਗੀ ਉਹਦੀ ਸਿਆਮ ਮੂਰਤ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਰੂਪ ਨਾ ਰੇਖ ਨਾ ਰੰਗ ਕੇਸ਼, ਸੋ ਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਬਨਾਸ। ਨਾ ਤਾਂ ਪੰਜਾਂ ਤੱਤਾਂ ਦਾ ਸਰੀਰ ਹੈ, ਨਾ ਕੋਈ ਉਹਦਾ ਗੋਰਾ ਚਿੱਟਾ ਜਾਂ ਸਿਆਮ ਰੰਗ ਹੈ, ਨਾ ਕੋਈ ਮਾਸ਼ਿਕਾ ਸਾਧਕ ਉਹਦੀ ਰੇਖਾ ਹੈ। ਤੇ ਐਸਾ ਅਬਨਾਸੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ। ਸਿਆਮ ਮੂਰਤ ਨਾਹੀ। ਅਸਮਾਨ ਮਿਆਨੇ ਲਹਾਂਗ ਦਰਿਆ। ਹਿਰਦੇ ਰੂਪ ਅਸਮਾਨ ਦੇ ਵਿੱਚ ਦਰਿਆ ਰੂਪ
ਜਾਂ ਦ੍ਰਵੀਭੂਤ ਪਰਮੇਸ਼ਰ ਨੂੰ ਲਖ ਕੇ ਜਾਣ ਕੇ ਗੁਸਲ ਕਰਦਨ ਬੂਦ। ਗੁਸਲ ਫਾਰਸੀ ਦੇ ਵਿੱਚ ਇਸ਼ਨਾਨ ਦਾ ਨਾਮ ਹੈ। ਗੁਸਲਖਾਨਾ ਇਹ ਪੰਜਾਬੀ ਦਾ ਵਰਡ ਨਹੀਂ ਹੈ। ਅੰਗਰੇਜ਼ੀ 'ਚ ਆਪਾਂ ਬਾਥਰੂਮ ਕਹਿੰਦੇ ਆ, ਅਤੇ ਪੰਜਾਬੀ ਦੇ ਵਿੱਚ ਇਸ਼ਨਾਨ ਘਰ ਹੁੰਦਾ ਹੈ। ਇਹ ਜਿਹੜਾ ਗੁਸਲਖਾਨਾ ਹੈ ਇਹ ਅਰਬੀ ਦਾ ਫਾਰਸੀ ਦਾ ਅੱਖਰ ਹੈ। ਗੁਸਲ ਦਾ ਮਤਲਬ ਹੈ ਸਰਵਣ ਮੰਨਨ ਨਿਧਿਆਸਨ ਰੂਪ ਇਸ਼ਨਾਨ ਕਰਨਾ। ਬੂਧ ਥਾ ਸੀ ਪਰ ਕੀਤਾ ਨਹੀਂ ਹੈ। ਤੋ ਇੰਝ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਅੰਤਸ਼ਕਨ ਰੂਪ ਆਕਾਸ਼ ਦੇ ਵਿੱਚ ਦਰਿਆ ਦੀ ਤਰ੍ਹਾਂ ਦ੍ਰਵੀਭੂਤ ਰੂਪ ਪਰਮੇਸ਼ਰ ਨੂੰ ਜਾਣ ਕੇ ਸਰਵਣ ਮੰਨਣ ਨਿਧਿਆਸਨ ਰੂਪ ਇਸ਼ਨਾਨ ਕਰਨਾ ਤਾਂ ਸੀ, ਪਰ ਤੁਸੀਂ ਕੀਤਾ ਹੀ ਨਹੀਂ। ਅਤੇ ਐਵੇਂ ਮੂਰਤੀਆਂ ਬਣਾ ਬਣਾ ਕੇ ਧੂਪ ਦਿਖਾਉਂਦੇ ਰਹੇ, ਇੱਕ ਦੂਜੇ ਨਾਲ ਲੜਦੇ ਰਹੇ, ਝਗੜਦੇ ਰਹੇ। ਇੱਕ ਕਹਿੰਦਾ ਵੀ ਆਹ ਵੇਖੋ ਕ੍ਰਿਸ਼ਨ ਦੀ ਮੂਰਤੀ ਬਣਾ ਕੇ ਵੀ ਉਹ ਸਿਆਮ ਰੰਗ ਵਾਲਾ ਹੈ, ਦੂਜਾ ਕਹਿੰਦਾ ਉਹ ਆਹ ਵੇਖੋ ਰਾਮ ਹੈ। ਸੋ ਇਉਂ ਸੱਚਾ ਪਰਮੇਸ਼ਰ ਸੱਚੀ ਖਲਕਤ ਗੁਰਮੁਖ ਜਨਾਂ ਦੇ ਹਿਰਦੇ 'ਚ ਸਾਖਿਆਤਕਾਰ ਹੁੰਦਾ, ਪਰ ਉਹ ਕਾਲੀਆਂ ਮੂਰਤੀਆਂ ਜਾਂ ਪਾਪੀਆਂ ਦੇ ਮਨ 'ਚ ਸਾਖਿਆਤ ਨਹੀਂ ਹੁੰਦਾ। ਉਹ ਸਿਆਮ ਮੂਰਤ ਜਾਂ ਵਿਸ਼ਨੂੰ ਆਦਿਕ ਦੇ ਬੁੱਤਾਂ ਵਰਗੀਆਂ ਮੂਰਤੀਆਂ ਵਾਲਾ ਉਹ ਨਹੀਂ ਹੈ। ਉਹਨੂੰ ਤਾਂ ਹਿਰਦੇ ਰੂਪੀ ਆਕਾਸ਼ ਦੇ ਵਿੱਚ ਦ੍ਰਵੀਭੂਤ ਜਾਣ ਕਰਕੇ ਦਰਸ਼ਨ ਕਰਨੇ ਸੀ, ਸਰਵਣ ਮੰਨਨ ਨਿਧਿਆਸਨ ਨੂੰ ਇਸ਼ਨਾਨ ਕਰਨਾ ਸੀ। ਸੋ ਤੁਸੀਂ ਕੀਤਾ ਨਹੀਂ ਹੈ। ਆਦ ਫਕਰ ਦਾਇਮ ਲਾਈ ਚਸਮੇ। ਆਪ ਦੇ ਆਪ ਨੂੰ ਕਰ ਫਕਰ, ਇਹ ਭਾਈ ਫਕਰ ਬਣਾਉਣਾ ਕਰੋ, ਅਤੇ ਦਾਇਮ ਹਮੇਸ਼ਾ ਮਨਬਦ ਰੂਪ ਚਸ਼ਮੇ ਨੇਤਰਾਂ ਦੇ ਉੱਤੇ ਗਿਆਨ ਦੇ ਚਸ਼ਮੇ ਐਨਕਾਂ ਲਾ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਹ ਤਹਾ ਮੌਜੂਦ। ਜਿੱਥੇ ਕਿੱਥੇ ਵੀ ਪ੍ਰਗਟ ਹਾਜ਼ਰ ਨਾਜ਼ਰ ਵੇਖਣਾ ਕਰੋ। ਜਿਵੇਂ ਦੂਰਬੀਨ ਲਾਉਣ ਦੇ ਨਾਲ ਪਾਣੀ ਜਰਾਸੀਮੀ ਦਿਖਦਾ, ਇੰਝ ਗਿਆਨ ਰੂਪ ਚਸ਼ਮੇ ਨਾਲ ਸਾਰੇ ਪਰਮੇਸ਼ਰ ਹੀ ਮੌਜੂਦ ਦਿਖਦਾ ਹੈ। ਸਿਜਦਾ ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੇ ਤੇਰ ਦੇਖਾਂ ਤੇ ਤੇਰ ਮੌਜੂਦ। ਸੋ ਜਿੱਧਰ ਵੀ ਵੇਖਦੇ ਆ, ਜੈ ਜੈ ਦੇਖਾਂ ਤੇ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਇਕਤ ਰੂਪ ਫਿਰੇ ਪ੍ਰਸੰਨਾ, ਕੋਈ ਨਾ ਕਿਸੇ ਹੀ ਜਿਹਾ। ਉਹ ਪਰਮੇਸ਼ਰ ਸੰਗ ਦੋਸ਼ ਕਰਕੇ ਮੈਲਾ ਹੋ ਜਾਂਦਾ ਹੋਵੇਗਾ ਤਾਂ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਇਹ ਭਾਈ ਜਿਹੜਾ ਅੱਲਾਹ ਅਚਰਜ ਸਰੂਪ ਜਾਂ ਲਖਣ ਤੋਂ ਰਹਿਤ ਪਰਮੇਸ਼ਰ ਹੈ, ਇਹ ਪਾਕੰ ਪਾਕ ਹੈ, ਪਵਿੱਤਰ ਤੋਂ ਪਵਿੱਤਰ ਹੈ। ਸੋ ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਦੇ ਪਾਕ। ਜਿਹੜਾ ਉਹ ਵਾਹਿਗੁਰੂ ਹੈ ਦਿਲਾਂ ਦਾ ਮਾਲਕ ਹੈ। ਉਹ ਤਾਂ ਹਾਕਾ ਮਾਰਿਆ ਭਾਈ ਆਓ ਮੇਰੇ ਵੱਲ ਆਓ, ਅਤੇ ਤੁਸੀਂ ਲੋਕ ਕਤੇਬਾਂ ਦੇ ਝਗੜਿਆਂ 'ਚ ਹੀ ਉਲਝੇ ਹੋਏ ਹੋ। ਤੁਹਾਨੂੰ ਤਾਂ ਝਗੜਿਆਂ ਤੋਂ ਟਾਈਮ ਨਹੀਂ ਮਿਲ ਰਿਹਾ, ਤੁਸੀਂ ਰੱਬ ਨੂੰ ਕਿੱਥੇ ਮਿਲਣਾ ਆਉਣਾ ਦੱਸੋ। ਉਹ ਜਿਹੜਾ ਵਾਹਿਗੁਰੂ ਅੱਲਾਹ ਤਾਲਾ ਕੁਰਾਨ ਤੋਂ ਅਤੇ ਕਤੇਬਾਂ ਤੋਂ ਵੀ ਪਵਿੱਤਰ ਹੈ, ਕਿਉਂਕਿ ਇਹਨਾਂ ਦੇ ਪੜ੍ਹਨ ਵਾਲਾ ਪਾਪ ਕਰ ਰਿਹਾ, ਮੁਰਗੀਆਂ ਦੇ ਗਰਦਨਾਂ ਮਰੋੜ ਰਿਹਾ, ਬੱਕਰਿਆਂ ਨੂੰ ਖੋਹ ਖੋਹ ਕੇ ਮਾਰ ਰਿਹਾ। ਰੱਬ ਇਹ ਥੋੜ੍ਹਾ ਕਹਿੰਦਾ ਵੀ ਜੀਵ ਹੱਤਿਆ ਕਰੋ। ਆਪ ਦਾ ਮਸੀਤ ਦਾ ਕੰਮ ਛੱਡ ਕੇ, ਇਬਾਦਤ ਛੱਡ ਕੇ ਅਤੇ ਪਾਪ ਕਰਮਾਂ ਵਿੱਚ ਲੱਗੇ ਹੋਏ ਨੇ। ਇੱਕ ਦੂਜੇ ਨੂੰ ਸੋ ਵੱਡਾ ਅਤੇ ਛੋਟਾ ਜਨਾਉਣ ਦੇ ਵਿੱਚ, ਮੈਂ ਵੱਡਾ ਤੂੰ ਛੋਟਾ, ਇਉਂ ਝਗੜਿਆਂ ਦੇ ਵਿੱਚ ਲੱਗੇ ਹੋਏ ਨੇ। ਇੱਥੋਂ ਤੱਕ ਵੀ ਧਰਮ ਦੇ ਨਾਂ 'ਤੇ ਜਿੰਨੀਆਂ ਸਾਡੇ ਦੇਸ਼ 'ਚ ਲੜਾਈਆਂ ਹੁੰਦੀਆਂ ਨੇ, ਸ਼ਾਇਦ ਹੀ ਕਿਸੇ ਹੋਰ ਮੁੱਦੇ 'ਤੇ ਹੁੰਦੀਆਂ ਹੋਣ। ਇਹ ਸਾਡੀ ਰਾਜਨੀਤਿਕ ਪਾਰਟੀਆਂ ਦੀ ਗੰਦੀ ਰਾਜਨੀਤੀ ਹੈ ਕਿ ਉਹ ਧਰਮ ਦੇ ਨਾਂ ਦਾ ਮੁੱਦਾ ਚੁੱਕ ਕੇ ਧਰਮ 'ਤੇ ਲੋਕਾਂ ਨੂੰ ਲੜਾਉਂਦੇ ਨੇ, ਖੂਨ ਬਹਾਉਂਦੇ ਨੇ, ਕਤਲੇਆਮ ਹੁੰਦੇ ਨੇ। ਇਸ ਵਾਸਤੇ
ਉਹ ਪਵਿੱਤਰ ਪ੍ਰਮਾਤਮਾ ਉਹਨਾਂ ਲੋਕਾਂ ਕੋਲ ਕਿੱਥੇ ਆਊਗਾ ਜੋ ਧਰਮ ਦੇ ਨਾਂ 'ਤੇ ਝਗੜਾ ਕਰਦੇ ਨੇ। ਬਾਬੇ ਫਰੀਦ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਨਾਂ ਦੇ ਚੁੰਮ। ਫਰੀਦ ਸਾਹਿਬ ਕਿੰਨੇ ਨਿਮਰਤਾ ਵਾਲੇ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਦੀ ਬੰਦਾ ਨਹੀਂ ਮਾਰਿਆ, ਬੰਦੇ ਦਾ ਸੁਭਾਅ ਮਾਰਤਾ। ਕੌਡੇ ਰਾਖਸ਼ ਨੂੰ ਛੁਰਾ ਨਹੀਂ ਮਾਰਿਆ, ਉਹਦੇ ਬੁਰੇ ਸੁਭਾਅ ਨੂੰ ਖਤਮ ਕਰਕੇ ਉਹਨੂੰ ਅਸਲੀ ਬੰਦਾ ਬਣਾਤਾ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕੋਈ ਖੂਨ ਖਰਾਬਾ ਜਾਂ ਝਗੜਾ ਨਹੀਂ ਉਤਪੰਨ ਕੀਤਾ। ਅਤੇ ਬਾਬਾ ਫਰੀਦ ਸਾਹਿਬ ਦੀ ਬਾਣੀ ਵੇਖੋ ਕਿੰਨੀ ਉੱਤਮ ਹੈ। ਅਤੇ ਧਰਮ ਦੇ ਨਾਂ 'ਤੇ ਹਿੰਦੂ ਵੀ ਲੜ ਲਿਆ, ਮੁਸਲਮਾਨ ਵੀ ਲੜਿਆ। ਅਸੀਂ ਸਿੱਖ ਤਾਂ ਦਮਾਲਿਆਂ ਅਤੇ ਗਾਤਰਿਆਂ ਵਾਲੇ ਤਾਂ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੇ। ਆਪਾਂ ਤਾਂ ਸਿੰਘ ਸਾਹਿਬ ਆ, ਅੰਮ੍ਰਿਤ ਕੀ ਛਕ ਲਿਆ, ਦੁਨੀਆ ਨੂੰ ਵਕਤ ਪਾਤਾ ਵੀ ਸਾਡੇ ਬਰਾਬਰ ਤਾਂ ਕੋਈ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੀ ਪੜ੍ਹ ਲਈ, ਆ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਨਹੀਂ। ਬਾਣੀ ਇਹ ਥੋੜ੍ਹੋ ਕਹਿੰਦੀ ਝਗੜਾ ਕਰੋ। ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਪਰਮ ਨ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਉਹ ਸਰਬ ਠਾਈ। ਸਾਡੇ ਮਨ ਨੂੰ ਮੈਲ ਰੱਖ ਰਹੀ ਹੈ ਤੋ ਪਰਮਾਤਮਾ ਪਵਿੱਤਰ ਹੈ, ਮੈਲ ਵਾਲੇ ਬੰਦੇ ਕੋਲ ਕਦੀ ਵੀ ਨਹੀਂ ਆਏਗਾ। ਸੋ ਇਸ ਵਾਸਤੇ ਉਹ ਪਰਮਾਤਮਾ ਅੱਲਾਹ ਪਾਕੰ ਪਾਕ ਹੈ। ਅੱਲਾਹ ਪਰਮਾਤਮਾ ਵਾਹਿਗੁਰੂ ਅਚਰਜ ਪਵਿੱਤਰ ਤੋਂ ਪਵਿੱਤਰ ਹੈ। ਮੈਲਾ ਹੋਣ ਦੀ ਸ਼ੰਕਾ ਤਾਂ ਕਰੋ ਜੇ ਉਹਦੇ ਤੋਂ ਬਿਨਾਂ ਦੂਜਾ ਕੋਈ ਹੋਰ ਹੋਵੇ। ਜਦ ਸਾਰੇ ਉਹੀ ਵਿਆਪਕ ਹੈ ਫਿਰ ਸ਼ੰਕਾ ਕਰਨ ਦੀ ਕੀ ਲੋੜ ਹੈ। ਕਬੀਰ ਸਾਹਿਬ ਜੀ ਆਂਦੇ ਨੇ ਵੀ ਇਹ ਕਰਮ ਕਰਤੱਵ ਭਾਵ ਸੰਸਾਰ ਕਰੀਮ ਕਿਰਪਾਲੂ ਪਰਮਾਤਮਾ ਦਾ ਬਣਾਇਆ ਹੋਇਆ ਜੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਹਨ ਤੇ ਮੁਸਲਮਾਨ ਕਿੱਥੋਂ ਆਏ ਨੇ ਦੱਸੋ। ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਰੱਬ ਆਂਦੇ ਹੋ ਨਾ, ਤੇ ਮੁਸਲਮਾਨ ਬੰਦੇ ਨੇ ਬਣਾਏ ਨੇ, ਉਹ ਵੀ ਤਾਂ ਰੱਬ ਨੇ ਪੈਦਾ ਕੀਤੇ ਨੇ। ਆ ਹਿੰਦੂ ਕਿੱਥੋਂ ਆਏ ਨੇ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ ਜਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਤੇ ਫਿਰ ਹਿੰਦੂ ਕਿੱਥੋਂ ਆਏ ਦੱਸੋ। ਜੇ ਆਪਾਂ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਨੂੰ ਭਗਵਾਨ ਮੰਨਦੇ ਹਾਂ, ਬੜਾ ਉੱਚੀ ਉੱਚੀ ਬੋਲਦੇ ਹਾਂ, ਇਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਅਤੇ ਕੀ ਉਹ ਪਰਮਾਤਮਾ ਨੇ ਨਹੀਂ ਪੈਦਾ ਕੀਤੇ ਹਿੰਦੂ। ਇਹੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਉਹ ਰੰਗਜੇਬ ਦੇ ਖੋਪਰ 'ਚ ਬਿਠਾਉਣੀ ਚਾਹੀ, ਪਰ ਉਹ ਦਿਮਾਗ ਖਰਾਬ, ਉਹਦੇ ਦਿਮਾਗ 'ਚ ਗੱਲ ਨਹੀਂ ਬੈਠੀ। ਉਹਨੇ ਫੜ ਕੇ ਅਤੇ ਗੁਰੂ ਸਾਹਿਬ ਦਾ ਸੀਸ ਹੀ ਉਤਾਰਤਾ, ਸਮਝ ਹੀ ਨਹੀਂ ਆਈ ਉਹਨੂੰ। ਫਰੀਦ ਸਾਹਿਬ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਅਜੇ ਤੱਕ ਸਾਨੂੰ ਵੀ ਸਮਝ ਨਹੀਂ ਆਈ, ਤਾਂ ਹੀ ਤਾਂ ਆਪਾਂ ਝਗੜਿਆਂ 'ਚ ਪਏ ਹੋਏ ਹਾਂ। ਜਿਹੜੀ ਮਹਾਰਾਜ ਦੀ ਬਾਣੀ ਹੈ ਇਹੀ ਗੱਲ ਸਮਝਾਉਂਦੀ ਹੈ। ਵੇਖੋ ਭਾਈ ਕਨ੍ਹੱਈਆ ਜੀ ਨੇ ਮੁਸਲਮਾਨਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਅਤੇ ਉਹਨਾਂ ਨੂੰ ਪਾਣੀ ਪਿਲਾਇਆ ਸੀਗਾ, ਅਤੇ ਗੁਰੂ ਸਾਹਿਬ ਉਹਦੇ 'ਤੇ ਬੜੇ ਪ੍ਰਸੰਨ ਹੋਏ ਸਨ। ਭਗਤ ਰਾਮਾਨੰਦ ਜੀ ਹਿੰਦੂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਭਗਤ ਤਰਲੋਚਨ ਜੀ ਹਿੰਦੂ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ। ਅਤੇ ਇਸ ਵਾਸਤੇ ਨਹੀਂ ਵੀ ਹਿੰਦੂ ਕੋਈ ਊਂ ਹੀ ਅਰਸ਼ਾਂ ਤੋਂ ਆਪਣੇ ਆਪ ਹੀ ਡਿੱਗ ਪਏ ਥੱਲੇ, ਇਹ ਤਾਂ ਰੱਬ ਦੇ ਹੁਕਮ 'ਚ ਨਹੀਂ ਆ ਜੀ। ਸਭ ਪਰਮਾਤਮਾ ਦੇ ਬੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਕਾਲ ਉਸਤਤ ਪੜ੍ਹ ਕੇ ਵੇਖੋ, ਜਿਨ੍ਹਾਂ ਨੂੰ ਆਪਾਂ ਆਪ ਦੇ ਗੁਰੂ ਮੰਨਦੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਅਖਵਾਉਂਦੇ ਹਾਂ, ਉਹਨਾਂ ਦੀ ਬਾਣੀ ਵੀ ਪੜ੍ਹ ਕੇ ਵੇਖੀਏ। ਮਹਾਰਾਜ ਨੇ ਆਖਿਆ ਹੈ, ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਭਾਵੇਂ ਕੋਈ ਹਿੰਦੂ ਹੈ ਅਤੇ ਭਾਵੇਂ ਮੁਸਲਮਾਨ ਹੈ। ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ।
ਜਾਤ ਤਾਂ ਮਨੁੱਖ ਦੀ ਹੈ ਨਾ, ਬੰਦੇ ਦੀ ਆ। ਧਰਮ ਦੀਆਂ ਮੰਡੀਆਂ ਤਾਂ ਇਨਸਾਨ ਨੇ ਪਾਈਆਂ ਹੋਈਆਂ ਨੇ, ਬੰਦੇ ਨੇ ਆਪਣਾ, ਪਰਮਾਤਮਾ ਨੇ ਤਾਂ ਕੋਈ ਵੰਡੀ ਨਹੀਂ ਪਾਈ। ਬੰਦਾ ਤਾਂ ਇੱਕੋ ਜਿਹਾ ਹੀ ਰੱਬ ਨੇ ਬਣਾਇਆ। ਉਹ ਕਿਸੇ ਨੇ ਆਪ ਦੀਆਂ ਮੁੱਛਾਂ ਕੱਟ ਲਈਆਂ ਅਤੇ ਠੋਡੀ ਨੰਗੀ ਕਰ ਲਈ, ਦਾੜੀ ਕੱਟ ਲਈ, ਪਾਸੇ ਪਾਸੇ ਰੱਖ ਲਈ, ਉਹ ਕਹਿੰਦਾ ਮੈਂ ਮੁਸਲਮਾਨ। ਕਿਸੇ ਨੇ ਤਿਲਕ ਮੱਥੇ 'ਤੇ ਲਾ ਲਿਆ ਅਤੇ ਸਾਰਾ ਸਿਰ ਬਣਾ ਕੇ ਵਿੱਚ ਦੀ ਬੋਦੀ ਰੱਖ ਲਈ, ਉਹ ਕਹਿੰਦਾ ਮੈਂ ਹਿੰਦੂ ਹਾਂ ਜੀ। ਤੂੰ ਕੌਣ ਦੇ ਮੈਂ ਕੌਣ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਕਬੀਰ ਸਾਹਿਬ ਜੀ ਕਹਿੰਦੇ, ਗੁਰਮੁਖੋ ਤੁਸੀਂ ਤਾਂ ਗੁਰਮੁਖ ਬਣੋ। ਜੇ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ ਤੇ ਤੁਸੀਂ ਤਾਂ ਝਗੜੇ ਨਾ ਕਰੋ, ਤੁਸੀਂ ਤਾਂ ਸ਼ਾਂਤੀ 'ਚ ਰਹੋ। ਇਸ ਲਈ ਕਬੀਰ ਕਰਮ ਕਰੀਮ ਕਾ। ਕਬੀਰ ਜੀ ਸਾਹਿਬ ਜੀ ਕਹਿੰਦੇ ਨੇ ਵੀ ਇਹ ਜਿੰਨਾ ਵੀ ਸੰਸਾਰ ਹੈ ਇਹ ਸਾਰਾ ਹੀ ਕਿਰਪਾਲੂ ਪਰਮਾਤਮਾ ਦਾ ਹੈ। ਪੰਜੇ ਉਂਗਲਾਂ ਵੇਖੋ ਇੱਕੋ ਜਿਹੀਆਂ ਨਹੀਂ ਹਨ, ਪੰਜਾਂ ਉਂਗਲਾਂ ਦੇ ਵਿੱਚ ਹੀ ਫਰਕ ਹੈ। ਅਤੇ ਦੁਨੀਆ ਸਾਡੇ ਵਰਗੀ ਕਿੱਥੋਂ ਬਣ ਜਾਊਗੀ ਜੇ ਆਪਾਂ ਆਖੀਏ ਵੀ ਆਪ ਦੇ ਵਰਗੇ ਸਾਰੇ ਬਣਾ ਲਈਏ। ਇਹੀ ਝਗੜਾ ਨਾ ਕਿ ਮੇਰੇ ਵਰਗੇ ਤੁਸੀਂ ਨਹੀਂ ਬਣਦੇ, ਤੁਹਾਡਾ ਝਗੜਾ ਵੀ ਤੁਹਾਡੇ ਵਰਗਾ ਮੈਂ ਨਹੀਂ ਬਣਦਾ। ਝਗੜਾ ਤਾਂ ਇਸੇ ਗੱਲ ਦਾ ਹੀ ਹੈ। ਮੈਂ ਚਾਹੁੰਦਾ ਤੁਸੀਂ ਸਾਰੇ ਮੇਰੇ ਵਰਗੇ ਬਣ ਜਾਓ, ਤੁਸੀਂ ਚਾਹੁੰਦੇ ਹੋ ਵੀ ਸਾਡੇ ਵਰਗਾ ਹੀ ਬਣ ਜਾਏ। ਫਿਰ ਉੱਥੇ ਝਗੜਾ ਪੈਦਾ ਹੁੰਦਾ ਪਿਆ, ਇੱਕ ਦੂਜੇ ਦੀ ਮੰਨਦੇ ਨਹੀਂ। ਕਬੀਰ ਜੀ ਕਹਿੰਦੇ, ਗੁਰਮੁਖੋ ਦੁਨੀਆ ਰੱਬ ਨੇ ਬਣਾਈ ਹੈ, ਜਿਸ ਤਰ੍ਹਾਂ ਦੀ ਬਣਾਈ ਹੈ ਉਸੇ ਤਰ੍ਹਾਂ ਦੀ ਰਹਿਣੀ ਹੈ। ਝਗੜਾ ਨਾ ਕਰੋ ਵੀਰ ਬਣ ਕੇ। ਇਹ ਕਿਰਪਾਲੂ ਪਰਮਾਤਮਾ ਦਾ ਸਾਰਾ ਸੰਸਾਰ ਹੈ। ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤੂ ਦੁੱਧ ਪਏ ਜਿਉਂ ਚੱਲੇ ਜਿਉਂ ਜਿਉਂ ਉਹਦਵੇਂ ਹਾਣੀਆਂ। ਤਾਂ ਇਸ ਤਰੀਕੇ ਦੇ ਨਾਲ ਕਬੀਰ ਸਾਹਿਬ ਜੀ ਕਹਿੰਦੇ ਸਭ ਕੁਛ ਵਾਹਿਗੁਰੂ ਦਾ ਹੈ, ਸਾਰਿਆਂ ਦੇ ਸੁਭਾਅ ਉਹਦੇ ਅਧੀਨ ਨੇ। ਆ ਜਿੰਨੇ ਵੀ ਜੋ ਵੀ ਕੁਛ ਹੈ ਇਹ ਸਭ ਕੁਛ ਪਰਮਾਤਮਾ ਦੀ ਕੁਦਰਤ ਹੈ। ਉਹ ਪਰਮਾਤਮਾ ਆਪ ਹੀ ਸਭਨਾਂ ਨੂੰ ਉਤਪੰਨ ਕਰਦਾ ਹੈ, ਆਪ ਹੀ ਪਾਲਣਾ ਕਰਨੀ ਜਾਣਦਾ, ਫਿਰ ਆਪ ਹੀ ਲੈਤਾ ਕਰਦਾ ਹੈ। ਇਸੇ ਪ੍ਰਕਾਰ ਪਰਮਾਤਮਾ ਜਿਸ 'ਤੇ ਕਰਮ ਅਨੁਗ੍ਰਹ ਕਰਦਾ ਹੈ ਉਹ ਜਪ ਤਪ ਆਦਿਕ ਸਾਧਨਾਂ ਨੂੰ ਕਰਦਾ ਹੈ। ਸਾਧਨ ਕਰਕੇ ਉਹ ਪਰਮਾਤਮਾ ਨੂੰ ਜਾਣ ਲੈਂਦਾ ਹੈ। ਇਉਂ ਕਾਜੀ ਦੇ ਪੰਡਤ ਕਬੀਰ ਸਾਹਿਬ ਜੀ ਨੇ ਝਗੜਾ ਕਰਦੇ ਤੋਂ ਹਟਾਏ, ਉਹਨਾਂ ਨੂੰ ਨਿਰਤਰ ਕੀਤਾ। ਉਹ ਵਿਚਾਰੇ ਦੋਵੇਂ ਸ਼ਰਮਿੰਦੇ ਹੋ ਗਏ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਅਨੇਕਾਂ ਨੇ ਇਹ ਪਾਵਨ ਉਪਦੇਸ਼ ਕਮਾ ਕੇ ਆਪ ਦਾ ਮਨੁੱਖਾ ਜਨਮ ਸਫਲ ਕੀਤਾ। ਇਉਂ ਜੇ ਅਸੀਂ ਵੀ ਕਬੀਰ ਸਾਹਿਬ ਜੀ ਦਾ ਇਹ ਉਪਦੇਸ਼ ਧਾਰਨ ਕਰ ਲਈਏ ਤਾਂ ਸਾਡੇ 'ਤੇ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਸਕਦੀ ਹੈ। ਅੱਗੇ ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਭਗਤ ਨਾਮਦੇਵ ਜੀ ਪਰਮਾਤਮਾ ਦੀ ਅੱਗੇ ਬੇਨਤੀ ਪੂਰਵਕ ਸ਼ਬਦ ਉਚਾਰਦੇ ਨੇ। ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭਨਾਂ 'ਚ ਭਗਵਾਨ ਵਸਦਾ ਹੈ, ਪਰ ਹੁਣ ਸਾਨੂੰ ਦਿਖਦਾ ਨਹੀਂ। ਅਤੇ ਆਪਾਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ ਮੈਂ ਅੰਨ੍ਹਾ ਹਾਂ, ਮੈਨੂੰ ਨਹੀਂ ਜੇ ਦਿਖਦਾ। ਐਵੇਂ ਝੂਠ ਨਹੀਂ ਬੋਲਣਾ, ਝੂਠ ਜਿੰਨਾ ਮਰਜ਼ੀ ਬੋਲੋ ਫਾਇਦਾ ਕੋਈ ਹੈ ਨਹੀਂ। ਤੁਸੀਂ ਕਹਿੰਦੇ ਤਾਂ ਹੋ ਵੀ ਸਭਨਾਂ 'ਚ ਭਗਵਾਨ ਵਸਦਾ ਹੈ, ਸਾਨੂੰ ਤਾਂ ਗੁਰਦੁਆਰਿਓਂ ਨਹੀਂ ਅੱਜ ਤੱਕ ਦਿਖਿਆ। ਝੂਠ ਨਹੀਂ ਬੋਲਣਾ, ਸੱਚੀ ਗੱਲ ਹੈ ਮਹਾਰਾਜ, ਅਸੀਂ ਅੰਨ੍ਹੇ ਹਾਂ। ਯਾਨੀ ਕਿ ਮਨ ਅਤੇ ਬੁੱਧ ਰੂਪ ਨੇਤਰਾਂ ਦੇ ਵਿੱਚ ਗਿਆਨ ਦੀ ਨਿਗਾਹ ਨਹੀਂ ਹੈ। ਜਪਜੀ ਸਾਹਿਬ ਜਾਂ ਤਾਂ ਪੜ੍ਹਿਆ ਨਹੀਂ, ਜਾਂ ਪੜ੍ਹ ਕੇ ਵਿਚਾਰਿਆ ਨਹੀਂ, ਜਾਂ ਉਹਦੇ 'ਤੇ ਅਮਲ ਨਹੀਂ ਕੀਤਾ, ਕਮਾਈ ਨਹੀਂ ਕੀਤੀ। ਮਹਾਰਾਜ ਦਾ ਬਚਨ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ,
तिथै घड़िए सुरस दा की सुध, कर्मखंड की बाणी जोर, तिथै होर न कोई होर। तिथै लो लो आकार, जिब जिब हुक्म तिवै तिवकार। ਸਾਨੂੰ ਤਾਂ ਕਦੀ ਪ੍ਰਕਾਸ਼ ਦਿਖਿਆ ਨਹੀਂ ਜੀ। ਸਾਡੀਆਂ ਅੱਖਾਂ ਅੱਗੇ ਹਮੇਸ਼ਾ ਹੀ ਹਨੇਰਾ ਰਹਿੰਦਾ ਹੈ। ਇਹ ਮਾਲਕ ਪਰਮਾਤਮਾ, ਮੈਂ ਅੰਨਾ ਹਾਂ ਜੀ। ਮੇਰੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਦੀ ਨਿਗਾਹ ਨਹੀਂ ਹੈ, ਪਰ ਤੂੰ ਮੇਰੇ ਅੰਨੇ ਦੀ ਡੰਗੋਰੀ ਹੈ, ਮੇਰੇ ਅੰਨੇ ਦੀ ਓਟ ਹੈ। ਖੁੰਦਕਾਰ ਦਾ ਅਰਥ ਹੈ, ਹੇ ਸਰਬ ਦੇ ਮਾਲਕ ਪਰਮੇਸ਼ਰ, ਜਿਵੇਂ ਖੁੰਦਕਾਰਾ ਧੋਬੀ ਦੇ ਪਟੜੇ ਦਾ ਕਿੱਲਾ ਉਸ ਪਟੜੇ ਦਾ ਆਸਰਾ ਹੁੰਦਾ, ਇਉਂ ਸਨਮੁਖ ਬਿਰਤੀ ਜੋੜਨ ਵਾਸਤੇ ਅਤੇ ਲੋਕ ਪਰਲੋਕ ਦੇ ਵਿੱਚ ਤੇਰਾ ਨਾਮ ਹੀ ਸਾਡਾ ਖੁੰਦਕਾਰਾ ਆਸਰਾ ਹੈ ਜਾਂ ਖੁੰਦਕਾਰਾ। ਇਹ ਸੱਤਾਂ ਮਲੈਤਾਂ ਦੇ ਪਾਤਸ਼ਾਹ, ਜੋ ਸੱਤਾਂ ਮਲੈਤਾਂ ਦਾ ਪਾਤਸ਼ਾਹ ਹੋਵੇ ਉਹਦਾ ਨਾਮ ਹੈ ਖੁੰਦਕਾਰਾ। ਇਉਂ ਸੱਤ ਪਤਾਲ ਅਤੇ ਸੱਤ ਆਕਾਸ਼ ਭਾਵ ਸਾਰੇ ਬ੍ਰਹਮੰਡਾਂ ਦੇ ਵਿੱਚ ਤੇਰਾ ਨਾਮ ਪਾਤਸ਼ਾਹ ਦੀ ਤਰ੍ਹਾਂ ਚੱਲਦਾ। ਇਕੱਲੇ ਅਸੀਂ ਉਹ ਨਹੀਂ ਮੰਨਦੇ। ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ। ਰੋ ਕੇ ਰੋਹੇਲੇ, ਮਾਘ ਦੇਸ਼ ਕੇ ਮੰਗੇਲੇ ਵੀਰ, ਬੰਗ ਸੀ ਬੰਦੇਲੇ, ਪਾਪ ਪੁੰਜ ਕੋ ਮਲਤ ਹੈ। ਇਹਦੇ ਪੌੜੀ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਚੀਨ ਮਚੀਨ ਕੇ ਸੀਸ ਨਿਆਮ ਹੈ। ਜਿੰਨੇ ਦੇਸ਼ਾਂ ਵਾਲੇ ਨੇ ਆਪਦੋ ਆਪਣੀ ਬੋਲੀ ਅਨੁਸਾਰ ਸਾਰੇ ਉਸ ਪਰਮਾਤਮਾ ਨੂੰ ਧਿਆਉਂਦੇ ਨੇ, ਸਾਰੇ ਉਹਨੂੰ ਮੰਨਦੇ ਨੇ। ਤੂੰ ਸਾਰਿਆਂ ਦਾ ਮਾਲਕ ਸੱਚਾ ਪਾਤਸ਼ਾਹ ਹੈ, ਸੱਤ ਭੂਮਿਕਾ ਦੀ ਟੇਕ ਦੇਣ ਵਾਲਾ ਤੇਰਾ ਨਾਮ ਹੀ ਸਾਡਾ ਪਾਤਸ਼ਾਹ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਤੇਰੇ ਅਮੁੱਲਕ ਗੁਣ ਨੇ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈਏ। ਮੈਂ ਗਰੀਬ ਮੈਂ ਮਸਕੀਨ। ਤੂੰ ਤਾਂ ਪਾਤਸ਼ਾਹ ਹੈ, ਪਰ ਮੈਂ ਸ਼ੁਭ ਗੁਣਾ ਰੂਪ ਧਨ ਤੋਂ ਹੀਣਾ ਦੀਨ ਗਰੀਬ ਹਾਂ। ਸਾਧਨਾ ਵੱਲੋਂ ਵੀ ਮਸਕੀਨ ਕੰਗਾਲ ਹਾਂ, ਅਤਿਅੰਤ ਹੀ ਗਰੀਬ ਹਾਂ। ਮੈਨੂੰ ਇੱਕ ਤੇਰੇ ਨਾਮ ਦਾ ਹੀ ਆਸਰਾ ਹੈ, ਤੇਰਾ ਨਾਮ ਹੀ ਮੈਨੂੰ ਆਸਰਾ ਰੂਪ ਹੈ ਜੀ। ਉਂਝ ਮੇਰੇ 'ਚ ਗੁਣ ਕੋਈ ਨਹੀਂ ਹੈ, ਪਰ ਜਦ ਅਸੀਂ ਬਾਣੀ ਦੀ ਹਜ਼ੂਰੀ 'ਚ ਬੈਠਦੇ ਹਾਂ ਅਤੇ ਸਭ ਦੁਨੀਆ ਨੂੰ ਇਉਂ ਜਾਪਦਾ ਵੀ ਇਹ ਤਾਂ ਬੜੇ ਗੁਣਾਂ ਵਾਲਾ ਹੈ। ਜਿਵੇਂ ਸੂਰਜ ਦੇ ਕੋਲ ਜਾਣ ਤੋਂ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ, ਚੀਜ਼ ਚਮਕਣ ਲੱਗ ਪੈਂਦੀ ਹੈ, ਤਾਰੇ ਵੀ ਚਮਕਦੇ ਨੇ, ਸਭ ਕੁਝ ਚਾਨਣ ਹੀ ਚਾਨਣ ਹੋ ਜਾਂਦਾ। ਕਿਉਂ ਜਿੰਨਾ ਚਿਰ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਰਹੀਦਾ, ਮਹਾਰਾਜ ਦਾ ਚਾਨਣ ਸਾਡੇ 'ਤੇ ਪੈਂਦਾ, ਅਤੇ ਇਉਂ ਜਾਪਦਾ ਲੋਕਾਂ ਨੂੰ ਭੁਲੇਖਾ ਖੜਾ ਹੋ ਜਾਂਦਾ, ਪਤਾ ਨਹੀਂ ਇਹ ਸੰਤ ਹੀ ਆ, ਇਹਦੇ ਵਰਗਾ ਤਾਂ ਕੋਈ ਹੈ ਨਹੀਂ, ਇੰਨੇ ਗੁਣ ਨੇ। ਪਰ ਜਿਉਂ ਹੀ ਲਾਂਭੇ ਹੋਈਦਾ ਹੈ ਉਦੋਂ ਸਭ ਕੁਛ ਹੀ ਤਮਾਮ ਹੋ ਜਾਂਦਾ। ਜੇ ਤਾਂ ਬੰਦਾ ਬਾਣੀ ਨਾਲ ਜੁੜਿਆ ਰਹੇ ਅਤੇ ਫਿਰ ਤਾਂ ਚੜ੍ਹਦੀ ਕਲਾ ਰਹਿੰਦੀ ਹੈ। ਅਤੇ ਜੇ ਭੁਲੇਖਾ ਪੈ ਜਾਏ ਵੀ ਮੇਰੇ ਵਰਗਾ ਤਾਂ ਕੋਈ ਦੁਨੀਆ 'ਚ ਰੱਬ ਹੀ ਨਹੀਂ, ਘਰ ਘਰ ਹੋਏ ਬਹੇ ਹਰਾਮਾ, ਮੈਂ ਖੁਦ ਭਗਵਾਨ ਹਾਂ, ਮੈਂ ਤਾਂ ਖੁਦਾ ਹਾਂ, ਉਦੋਂ ਫਿਰ ਗੁਣ ਘਟ ਜਾਂਦੇ ਨੇ। ਬਾਣੀ ਜੇ ਛੱਡ ਬੈਠੇ ਫਿਰ ਉਸੇ ਤਰ੍ਹਾਂ ਹੀ ਫਿਰ ਬਾਅਦ ਦੇ ਵਿੱਚ ਮਹਾਰਾਜ ਇਨਸਾਨ ਨੂੰ ਉਹਦੀ ਆਪ ਦੀ ਔਕਾਤ ਚੇਤੇ ਕਰਾਉਂਦਾ। ਇਉਂ ਹਮੇਸ਼ਾ ਬਾਣੀ ਦੇ ਚਾਨਣ ਵਿੱਚ ਰਹਿ ਕੇ ਅਤੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ। ਇਹ ਮਹਾਰਾਜ ਤੇਰਾ ਨਾਮ ਸਾਡੇ ਲਈ ਆਸਰਾ ਹੈ, ਤੇਰੀ ਬਾਣੀ ਤੇਰਾ ਨਾਮ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਉਂਝ ਮੈਂ ਗਰੀਬ ਹਾਂ, ਮੈਂ ਮਸਕੀਨ ਹਾਂ, ਮੇਰੇ ਪੱਲੇ ਹੈ ਕੱਖ ਨਹੀਂ, ਅਤੇ ਪਰ ਜਦ ਤੇਰੀ ਬਾਣੀ ਜਾਂ ਤੇਰੇ ਨਾਮ ਨਾਲ ਜੁੜੀਦਾ ਤਾਂ ਫਿਰ ਮਹਾਰਾਜ ਅਸੀਂ ਬਾਗੋ ਬਾਗ ਹੋ ਜਾਂਦੇ ਹਾਂ। ਗਿਆਨੀ ਸੰਤ ਸਿੰਘ ਜੀ ਨੇ ਆਪਦਾ ਤਖੱਲਸ ਹੀ ਮਸਕੀਨ ਰਖਾ ਲਿਆ ਸੀਗਾ। ਸਾਰੇ ਉਹਨਾਂ ਨੂੰ ਮਸਕੀਨ ਜੀ ਦੇ ਨਾਮ ਨਾਲ ਜਾਣਦੇ ਨੇ, ਨਾਮ ਭਾਵੇਂ ਕੋਈ ਨਾ ਜਾਣਦਾ ਹੋਏ। ਮਤਲਬ ਕਹਿਣ ਤੋਂ ਭਾਈ ਗੁਰਦਾਸ ਜੀ ਨੇ ਵੀ ਆਖਿਆ ਹੈ, ਕਹਿੰਦੇ ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਚੋਰ ਜਾਰ ਜੁਆਰ, ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਸੋ ਭਾਵੇਂ ਸਾਰੇ ਗੁਣ ਸਨ ਭਾਈ ਗੁਰਦਾਸ ਜੀ ਦੇ ਵਿੱਚ, ਪਰ ਫਿਰ ਵੀ ਉਹਨਾਂ ਨੇ ਸਾਰੇ ਔਗੁਣਾਂ ਨੂੰ
ਆਪ ਦੇ ਉੱਪਰ ਢਕਾ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ, ਸਤਿਗੁਰੂ ਬਖਸ਼ਣਹਾਰ ਹੈ। ਜੋ ਮੇਰੇ ਢਾਡੀ ਨੂੰ ਵੀ ਬਖਸ਼ ਲਏਗਾ, ਇਉਂ ਤੂੰ ਪਾਤਸ਼ਾਹ ਹੈ, ਆਪਾਂ ਗਰੀਬ ਹਾਂ, ਸਾਨੂੰ ਇੱਕ ਤੇਰੇ ਨਾਮ ਦਾ ਹੀ ਆਸਰਾ ਹੈ ਜੀ। ਹਉ ਪਾਪੀ ਤੂੰ ਬਖਸ਼ਣਹਾਰ। ਸੋਰਠ ਮਹੱਲਾ ਪੰਜਵਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन, निको ठाकुर देसा। तुम निधान अटल सुल्तान, जिय जन सब जाचै। कहो नानक हम यह अवला, ਰਾਖ ਸੰਤਨ ਕੇ ਪਾਚੈ। ਤੋ ਇੰਜ ਮਹਾਰਾਜ ਸੰਤਾਂ ਦੀ ਸ਼ਰਨ ਦੇ ਪਿੱਛੇ, ਸੰਤਾਂ ਦੇ ਚਰਨਾਂ ਵਿੱਚ ਸਾਨੂੰ ਵੀ ਰੱਖ ਲੈ ਜੀ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। हे परमेश्वर तू कृपालु स्वरूप है, रहम दिल वाला है, अलख स्वरूप ते सबना दा धनी भाव मालक है। या मैं तेनों कृपाल रहम दिली ते अलख स्वरूप समझिया विचारिया है। हे परमेश्वर तू नेड़े है, हाजिर सामने ते हजूर नेड़े है। हर मेरे अंदर अगे पा बाहर भी तू ही व्यापक है, तू ही दाता है। हे परमेश्वर तू आप ही प्रतख दरिया रूप है, अति आप ही दाता रूप है। इसी प्रकार तू आप ही संसार रूप दरिया समुंदर है, तू ही शुभ गुणा रूपी अगाध समुंदर है। इसी प्रकार तू आप ही गुरु रूप द्रवीभूत है, दरिया की तरह ढलन पसीजन वाला है। तू आप ही ब्रह्म ज्ञान भुगत मुगत की दात देने वाला है। अते तू ही वड्डा धनवान ਜਾਂ ਵੱਡੀ ਤੁਰੀਆ ਪਦਰੂ ਪਦਵੀ ਦੇਣ ਵਾਲਾ ਮਾਲਕ ਹੈ। हे महाराज ਸਾਰੇ ਜੀਵਾਂ ਨੂੰ ਜ਼ਿੰਦਗੀ ਰੋਜੀ ਆਦਿਕ ਦੇਣ ਵਾਲਾ ਤੇ ਸਾਰਿਆਂ ਦੀ ਜਿੰਦ ਲੈਣ ਵਾਲਾ ਇੱਕ ਤੂੰ ਹੀ ਮਾਲਕ ਹੈ। ਸਭਨਾਂ ਨੂੰ ਤੂੰ ਹੀ ਸਵਾਸ ਅਤੇ ਜਾਨ ਬਖਸ਼ੀ ਹੋਈ ਹੈ ਤੇ ਆਪ ਹੀ ਤੂੰ ਲੈਣ ਵਾਲਾ ਹੈ। ਇਸੇ ਪ੍ਰਕਾਰ ਆਪਣੇ ਭਗਤਾਂ ਦੀ ਸ਼ਰਧਾ ਭਾਵਨਾ ਲੈ ਕੇ ਉਹਨਾਂ ਨੂੰ ਬ੍ਰਹਮ ਗਿਆਨ ਦੇਣ ਵਾਲਾ ਇੱਕ ਤੂੰ ਹੀ ਹੈ। ਕੋਈ ਰੋਟੀ ਖਵਾ ਸਕਦਾ ਹੈ ਇੱਕ ਦਿਨ ਜਾਂ 2 ਦਿਨ, ਸਾਰੀ ਉਮਰ ਤਾਂ ਮਾਮ ਨਹੀਂ ਦਿੰਦੀ। ਉਹ ਵੀ ਕਹਿੰਦੀ ਆ ਵੀ ਹੁਣ ਮੈਂ ਠੇਕਾ ਥੋੜ੍ਹਾ ਲਿਆ ਤੇਰਾ। ਚਲੋ ਜੇ ਕੋਈ ਖਵਾ ਵੀ ਦੇਵੇ ਤੇ ਕੋਈ ਵੱਡੀ ਗੱਲ ਨਹੀਂ ਹੈ। ਸਾਧ ਸੰਗਤ ਜੀਓ, ਕੋਈ ਪੈਸੇ ਦੇ ਸਕਦਾ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਪੂੜੀਆਂ ਛੋਲੇ ਸਸਤੀਆਂ ਚੀਜ਼ਾਂ ਜਿੱਥੋਂ ਮਰਜ਼ੀ ਤੁਸੀਂ ਖਾ ਲਓ। ਕੋਈ ਇਲਾਜ ਫ੍ਰੀ ਕਰਾ ਸਕਦਾ। ਜਿਵੇਂ ਅੱਜ ਕੱਲ੍ਹ ਇਹ ਬਹੁਤ ਵੱਡੀਆਂ ਗੱਲਾਂ ਚੱਲ ਰਹੀਆਂ ਹਨ ਵੀ ਫਲਾਣੀ ਜਗ੍ਹਾ 'ਤੇ ਜੀ ਖਾਣ ਪੀਣ ਨੂੰ ਬੜਾ ਸਸਤਾ ਹੈ, ਉੱਥੇ ਇਲਾਜ ਫ੍ਰੀ ਹੁੰਦਾ। ਆਪਾਂ ਤਾਂ ਗੁਰਦੁਆਰਾ ਛੱਡ ਕੇ ਤੇ ਡੇਰੇ ਗਏ ਹਾਂ। ਇਹੋ ਜਿਹੀਆਂ ਚੀਜ਼ਾਂ ਤਾਂ ਬਹੁਤ ਕੁਛ ਹਨ ਦੁਨੀਆ ਵਿੱਚ, ਜਿੱਥੋਂ ਮਰਜ਼ੀ ਜੋ ਮਰਜ਼ੀ ਲੈ ਲਓ। ਜਦ ਕਬੂਤਰ ਨੂੰ ਪਕੜਨਾ ਹੋਵੇ ਤੇ ਸ਼ਿਕਾਰੀ ਦਾਣਾ ਪਾਉਂਦਾ ਹੈ। ਤੁਸੀਂ ਵੇਖੋ ਵੀ ਦਾਣੇ ਚੁਗਦੇ ਚੁਗਦੇ ਵਿਚਾਰੇ ਭੋਲੇ ਪੰਛੀ ਜਾਲ 'ਚ ਫਸ ਜਾਂਦੇ ਨੇ, ਨਿਆਣੇ ਭਾਵੇਂ ਪਿੱਛੇ ਰੋਂਦੇ ਰਹਿਣ। ਤੋ ਇਸ ਤਰੀਕੇ ਦੇ ਨਾਲ ਕਿਸੇ ਨੂੰ ਫੜਨ ਵਾਸਤੇ, ਕਾਬੂ ਕਰਨ ਲਈ ਕੁਛ ਨਾ ਕੁਛ ਤਾਂ ਸੁੱਟਣਾ ਹੀ ਪਊਗਾ।
महाराज ने दाना नहीं पाया, सुटिया कुछ नहीं। आख्या पुत जाओ तो प्रेम खेलन का चाओ, सिर तर तली गली मेरी आओ। ये सिर वड्डियां दी क्लास है। ये क्लास दे विच अटेंडेंस ही सिर वड्डियां दी लगदी। माफ़ करना जिहदे धाड़ दे उपर सिर, ਉਹਦੀ अटेंडेंस नहीं लगूगी। ये गली का विद्यार्थी नहीं वो कहा सकता जिन्ना मर्जी तुरया फिर। भाई गुरदास जी ने आख्या है मुर्दा होए मुरीद, जे मुरीद बनना तो मरना पऊगा। जिउंदा बंदा गुरुद्वारे आप दा नाम लिखा ही नहीं सकता। जिउंदे बंदे की क्लास है ही नहीं है। इत्थे अटेंडेंस मरियां दी लगदी है। माफ़ करना, जिहड़ा जीवत भाव तो आप दे हौमे हंकार तो मर चुका है, लोभ लालच तो जिहड़ा रहत है, निष्कामी पुरुष है, वही गुरु घर दे विच प्रवान है। तो गुरुआं ने कसवट्टी रखी तां अमृत छकाया है। जद भी गुरता गद्दी ते बिठालदे सी, कई कई परखां करदे सन। सारे भगतां दे कसवट्टियां लगियां ने। ते तुसीं वेखो भी लालच दिता, आप खाण पीण के मगर ही गुरुद्वारा छड्ड के बैठ जाते हैं। सतगुरु रहमत करन। तो इस वास्ते देह लेह एक तो कोई भी बंदा जिन्ना मर्जी वो अमीर होवे, जिन्ना मर्जी वो गुरु साहब होवे, साध संगत जी रोटी दे सकदा, मकान बना के दे सकदा, लीड़ा कपड़ा पैसे दे सकदा, पर ब्रह्म ज्ञान की दात नहीं जे कोई दे सकता। उचारण करो सतनाम श्री। जे कोई दे सकता तो चलो मैं तुहाडे नाल चलदा। लख रुपया चुको, 2 लाख चुको, 3 लाख चुको, 5 लाख देन नूं तैयार हाँ, पर कोई ब्रह्म ज्ञान दे दे बिल्कुल नहीं। कोई ब्रह्म ज्ञान नहीं दे सकता सिवाए महाराज सच्चे पातशाह तो। इत्थे कोई पैसे की खेड नहीं, इत्थे तो प्यार शरधा ते महाराज का सिमरन भजन सिदक चाहिए, साध संगत जी संतोख चाहिए। ये चीज़ां लैके तो फिर महाराज ब्रह्म ज्ञान की दात बख्शिश करते हैं। हे सच्चे पातशाह तैथों बिना साडा कोई दूजा आसरा नहीं है, क्योंकि ब्रह्म ज्ञान तो तू ही बख्शिश करने वाला है। ਜਿਹੜੇ ਕਹਿੰਦੇ ने भी ਤੁਹਾਨੂੰ ਚਾਨਣ ਦਿਖਾਉਂਦੇ ਆ, ਉਹ बिल्कुल झूठ बोलते हैं, बिल्कुल झूठ, कोरा झूठ। कोई कहना मेरे च बाबा दीप सौ का कोई कुछ, बाबा दीप सौ विहला थोड़ो ਤੁਹਾਡੇ ਚ ਆਉਣ ਲਈ। ਉਹਨੂੰ ਗੁਰਦੁਆਰਾ नहीं दिखिया, वो लोगों के घरां 'ਚ ਜਾਂ कदे मड़ियां मसाणा ਜਾਂ ਦੂਜਿਆਂ 'ਚ ਤੁਰਿਆ ਫਿਰਦਾ, ਉਹ ਭੂਤ ਨਾ ਥੋੜੋ ਆ। माफ़ करना, वो तो पवित्र आत्मावां ने। तो इस वास्ते महाराज दे विच भेद हैं। दुनिया बिल्कुल कोरा झूठ बोलती जे पैसे ग्राउण खातर। सो एको एक सच्चा पातशाह गुरु ग्रंथ साहिब इन्हां दी बाणी पढ़ो। जे आप नूं कुछ चाहिदा, तू आप ही सारियां दे दिलां दी जानन वाला ज्ञाता, ते तू आप ही सबना दे गुप्त प्रतੱਖ ਕੰਮਾਂ ਨੂੰ ਵੇਖਣ वाला दृष्टा रूप है। मैं की निर्णय करके विचार करके कथा करके तुश जीव तेरे बारे दस सकदा या समझा सकदा। समझण समझाउण वाली कोई बात नहीं इत्थे तां। सो नाम भजन सिमरन करन वालियां दे बेड़े पार हन। भगत नामदेव जी आंदे ने भी साडे जनां दे स्वामी मालक हे हरि परमेश्वर, एक तू ही बख्शिश करने वाला है, तू ही बख्शिंद है। मेरे ताई भी तू बख्शना कर। सचखंड हरमंदर साहब सारे आके मत्था टेकते ने, नमस्कार करते हैं। कोई भी वड्डे तो वड्डा है, सब गुरु ग्रंथ साहब नूं सिर झुकाउंदे ने। तो क्यों ना जिवें पावन श्री लहणा जी ज्वाला देवी की यात्रा छड्ड के ते गुरु नानक साहब के चरनी ढह पए सी, आपां भी क्यों ना सीधे गुरु महाराज के लड़ लगीए, अमर छकीए, गुरु ग्रंथ साहिब जी की बाणी नूं पढ़ीए, सुणीए, विचारीए, तो महाराज के चरणों च ही अरदास करके गुरु के कोलों बख्शिशां लईए जी। भुलना चुका माफ़ करनी है, अगे तो समत बख्शने।
मैं विचार क्या करी, नामे चे स्वामी बख्शंद तू हरी। वाहिगुरु जी का खालसा वाहिगुरु जी की फतेह। रामगली महला तीजा। आनंद देखो अंकार सतगुरु प्रसाद आनंद भया मेरी माए। सतगुरु में पाया सहज सेती मन वजियाँ बधाइयाँ। राग रतन परवार परियाँ शबद